ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਹੈ ਕੰਜ਼ਰਵੇਟਿਵ ਪਾਰਟੀ, ਉਸ ਦੀ ਇੱਕ ਰਾਸ਼ਟਰੀ ਕਨਵੈਨਸ਼ਨ ਜਿਹੜੀ ਉਹ ਚੱਲ ਰਹੀ ਹੈ ਇਸ ਵੇਲੇ। ਉਸ ਦੇ ਵਿੱਚ ਜਿਹੜੇ ਉਸ ਪਾਰਟੀ ਦੇ ਇਲੈਕਟਡ ਪ੍ਰੈਜ਼ੀਡੈਂਟ ਨੇ ਐਰਨ ਓਟੂਲ, ਉਹਨਾਂ ਨੇ ਬੜਾ ਮਹੱਤਵਪੂਰਨ ਬਿਆਨ ਉਸ ਕਨਵੈਨਸ਼ਨ ਦੇ ਵਿੱਚ ਕੱਲ੍ਹ ਦਿੱਤਾ। ਲਗਭਗ ਆਪਣੀ 30 ਮਿੰਟ ਦੀ ਸਪੀਚ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਦਲਾਅ ਪਾਰਟੀ ਦੇ ਵਿੱਚ ਬਹੁਤ ਜ਼ਰੂਰੀ ਹੈ, ਬਹੁਤ ਸਾਰੀਆਂ ਚੇਂਜਸ ਪਾਰਟੀ ਦੇ ਵਿੱਚ ਕਰਨੀਆਂ ਜ਼ਰੂਰੀ ਨੇ। ਚੇਂਜ ਵਰਡ ਹੀ ਉਹਨਾਂ ਨੇ ਬਹੁਤ ਵਾਰ ਵਰਤਿਆ। ਉਹਨਾਂ ਨੇ ਕਿਹਾ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹ ਕੈਨੇਡਾ ਦੇ ਕੁਝ ਭਾਗਾਂ ਦੇ ਵਿੱਚ ਹੀ ਪਿਛਲੀਆਂ 2 ਇਲੈਕਸ਼ਨਸ ਤੋਂ ਜਿੱਤ ਰਹੀ ਹੈ, ਜਦ ਕਿ ਜਿਹੜੀਆਂ ਵੱਡੀਆਂ ਸਿਟੀਜ਼ ਆ ਜਾਂ ਅਰਬਨ ਸੈਂਟਰਸ ਨੇ ਕੈਨੇਡਾ ਦੇ, ਚਾਹੇ ਉਹ ਟੋਰਾਂਟੋ GTA ਲਾਈਏ, ਚਾਹੇ ਉਹ ਵੈਨਕੂਵਰ ਲਾਈਏ, ਮੌਂਟਰੀ ਲਾਈਏ, ਉੱਥੇ ਜਿਹੜਾ ਸਾਨੂੰ ਸਪੋਰਟ ਨਹੀਂ ਮਿਲ ਰਹੀ। ਆਪਾਂ ਦੇਖਿਆ ਕੰਜ਼ਰਵੇਟਿਵ ਪਾਰਟੀ ਦੀ ਵੱਡੀ ਜਿੱਤ ਅਲਬਰਟਾ 'ਚ ਹੁੰਦੀ ਹੈ, ਸਸਕੈਚੁਅਨ 'ਚ ਹੁੰਦੀ ਹੈ, ਉਹਨਾਂ ਦੀ ਮੈਨੀਟੋਬਾ ਦੇ ਵਿੱਚ ਵੀ ਕਾਫੀ ਜਿਹੜੀਆਂ ਸੀਟਾਂ ਉਹਨਾਂ ਨੂੰ ਮਿਲਦੀਆਂ ਨੇ। ਪਰ ਅੰਟਾਰੀਓ ਬਹੁਤ ਵੱਡਾ ਪ੍ਰੋਵਿੰਸ ਹੈ, ਬਹੁਤ ਸਾਰੀਆਂ ਸੀਟਾਂ ਨੇ ਇੱਥੇ ਫੈਡਰਲ, ਇੱਥੋਂ ਉਹਨਾਂ ਨੂੰ ਉਨੀ ਸਪੋਰਟ ਨਹੀਂ ਮਿਲੀ। ਰੂਰਲ ਪਾਰਟਸ ਦੇ ਵਿੱਚੋਂ ਜ਼ਰੂਰ ਸਪੋਰਟ ਮਿਲਦੀ ਹੈ, ਜੋ ਸਿਮਕੋ ਮਿਸਕੌਕਾ ਦੇਖੋ, ਜਾਂ ਜਿੱਥੋਂ ਆਪ ਜਿਹੜੇ ਐਰਨ ਓਟੂਲ ਚੁਣੇ ਜਾਂਦੇ ਨੇ, ਜਿਹੜਾ ਇਲਾਕਾ ਹੈ ਬੋਮਨਵਿਲ ਜਾਂ ਡੁਰਮ ਰੂਰਲ ਇਲਾਕਾ ਹੈ। ਸੋ ਪੇਂਡੂ ਇਲਾਕਿਆਂ 'ਚ ਉਹਨਾਂ ਨੂੰ ਸਪੋਰਟ ਮਿਲਦੀ ਹੈ, ਪਰ ਸ਼ਹਿਰੀ ਇਲਾਕਿਆਂ 'ਚ ਬਹੁਤ ਜ਼ਿਆਦਾ ਸੀਟਾਂ ਨੇ, ਉੱਥੋਂ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ। ਸੋ ਇਸ ਸੰਬੰਧੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਬਹੁਤ ਸਾਰੀਆਂ ਚੇਂਜਸ ਕਰਨੀਆਂ ਚਾਹੀਦੀਆਂ, ਜਿਸ ਦੇ ਵਿੱਚ ਮਹੱਤਵਪੂਰਨ ਹੈ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ LGBTQ ਜਿਹੜੀ ਕਮਿਊਨਿਟੀ ਹੈ ਉਸ ਦੇ ਸੰਬੰਧੀ ਬਹੁਤ ਗੱਲਾਂ 'ਚ ਚੁੱਪ ਰਹਿੰਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਉਸ ਸੰਬੰਧੀ ਵੀ ਸਾਨੂੰ ਹੁਣ ਅੱਗੇ ਆਉਣਾ ਪਵੇਗਾ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਨੇ, ਜਦੋਂ ਇਮੀਗਰੈਂਟਸ ਬਾਰੇ ਗੱਲ ਕਰਦੇ ਹਾਂ ਤਾਂ ਇਮੀਗ੍ਰੇਸ਼ਨ ਦੇ ਬਹੁਤ ਹੀ ਜ਼ਿਆਦਾ ਹੱਕ 'ਚ ਕੰਜ਼ਰਵੇਟਿਵ ਪਾਰਟੀ ਨਹੀਂ ਮੰਨੀ ਜਾਂਦੀ, ਜਿਵੇਂ ਕਿ ਲਿਬਰਲ ਪਾਰਟੀ ਮੰਨੀ ਜਾਂਦੀ ਹੈ। ਤਾਂ ਉਸ ਦੇ ਸੰਬੰਧੀ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀਆਂ ਡਾਈਵਰਸ ਕਮਿਊਨਿਟੀਜ਼ ਦੇ ਨਾਲ ਜਿਹੜਾ ਹੋਰ ਰਾਬਤਾ ਬਣਾਉਣਾ ਪਵੇਗਾ, ਜਿਹੜੀਆਂ ਮਾਰਜਨਲਾਈਜ਼ਡ ਕਮਿਊਨਿਟੀਜ਼ ਨੇ, ਰੇਸ ਬੇਸਡ ਮਾਰਜਨਲਾਈਜ਼ਡ ਕਮਿਊਨਿਟੀ ਨੇ, ਉਹਨਾਂ ਨਾਲ ਗੱਲ ਕਰਨੀ ਪਵੇਗੀ। ਅਤੇ ਇਸ ਤੋਂ ਬਿਨਾਂ ਵੀ ਉਹਨਾਂ ਨੇ ਹੋਰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਬਦਲਾਅ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਕੰਜ਼ਰਵੇਟਿਵ ਪਾਰਟੀ ਨੇ ਜੇਕਰ ਅਗਲੀ ਇਲੈਕਸ਼ਨ ਜਿੱਤਣੀ ਹੈ ਅਤੇ ਜਸਟਨ ਟਰੂਡੋ ਨੂੰ ਹਾਰ ਦੇਣੀ ਹੈ ਤਾਂ ਉਸ ਦੇ ਲਈ ਸਾਨੂੰ ਬਦਲਾਅ ਦੇ ਵੱਲ ਤੁਰਨਾ ਪਵੇਗਾ ਹੀ ਪਵੇਗਾ। ਸੋ ਆਪਣੀ ਰਿਪੋਰਟ ਜਿਹਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਐਰਨ ਓਟੂਲ ਆ ਉਹ ਲਗਾਤਾਰ ਗੱਲ ਕਰ ਰਹੇ ਨੇ ਨਵੇਂ ਬਦਲਾਵਾਂ ਦੀ, ਤਾਂ ਕਿ ਕੰਜ਼ਰਵੇਟਿਵ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਵਧੇ। ਪਿਛਲੇ ਸਾਲ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਜਿੱਤਣ ਤੋਂ ਬਾਅਦ ਐਰਨ ਓਟੂਲ ਵੱਲੋਂ ਆਪਣਾ ਪਹਿਲਾ ਵੱਡਾ ਭਾਸ਼ਣ ਦਿੱਤਾ ਗਿਆ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਪਾਰਟੀ ਨੂੰ ਇਲੈਕਸ਼ਨਸ ਦੇ ਵਿੱਚ ਜਿਤਾਉਣ ਲਈ ਵਧੇਰੇ ਵੋਟਰਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਜਿਤਾਉਣ ਜਾਂ ਫਿਰ ਚੋਣਾਂ ਹਾਰਨ ਦਾ ਜੋਖਮ ਲੈਣਾ ਚਾਹੀਦਾ ਹੈ। 3 ਦਿਨਾਂ ਲਈ ਪਾਲਿਸੀ ਕਨਵੈਨਸ਼ਨ ਦੇ ਵਿੱਚ ਇਕੱਠੇ ਹੋਏ ਪਾਰਟੀ ਡੈਲੀਗੇਟਸ ਨੂੰ ਸੰਬੋਧਿਤ ਕਰਦਿਆਂ ਐਰਨ ਓਟੂਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਨਾਂ ਕਈ ਘੁਟਾਲਿਆਂ ਦੇ ਵਿੱਚ ਆਇਆ ਹੈ ਅਤੇ ਕੋਵਿਡ-19 ਦੇ ਚੱਲਦਿਆਂ ਲਿਬਰਲ ਪਾਰਟੀ ਵੱਲੋਂ ਕੋਈ ਖਾਸ ਕੰਮ ਕੈਨੇਡੀਅਨ ਵਾਸੀਆਂ ਲਈ ਨਹੀਂ ਕੀਤਾ ਗਿਆ, ਮਗਰ ਫਿਰ ਵੀ ਉਹਨਾਂ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਨੂੰ ਆਪਣੀਆਂ ਰਣਨੀਤੀਆਂ ਦੇ ਵਿੱਚ ਬਦਲਾਅ ਕਰਨ ਦੀ ਜ਼ਰੂਰਤ ਹੈ ਤਾਂ ਜੋ ਕੈਨੇਡੀਅਨ ਵਾਸੀ ਕੰਜ਼ਰਵੇਟਿਵ ਪਾਰਟੀ ਤੇ ਵਿਸ਼ਵਾਸ ਕਰ ਸਕਣ ਅਤੇ ਇਸ ਨੂੰ ਆਪਣੀ ਪਾਰਟੀ ਮੰਨ ਸਕਣ। ਆਪਣੇ ਭਾਸ਼ਣ ਦੇ ਵਿੱਚ ਉਹਨਾਂ ਕਿਹਾ ਕਿ 5 ਸਾਲਾਂ ਦੇ ਵਿੱਚ ਅਸੀਂ 2 ਵਾਰ ਚੋਣਾਂ ਹਾਰ ਚੁੱਕੇ ਹਾਂ ਅਤੇ 4 ਲੀਡਰਾਂ ਨੂੰ ਵੀ ਬਦਲ ਚੁੱਕੇ ਹਾਂ। ਉਸ ਸਮੇਂ ਸਾਡੇ ਕੋਲ 4 ਨੇਤਾ ਸਨ। ਸਾਨੂੰ ਨਵੇਂ ਵਿਚਾਰ ਪੇਸ਼ ਕਰਨੇ ਚਾਹੀਦੇ ਹਨ, ਉਹੀ ਦਲੀਲਬਾਜ਼ੀ ਨਹੀਂ ਕਰਨੀ ਚਾਹੀਦੀ ਕਿ ਇਸ ਵਾਰ ਸਾਡੀ ਪਾਰਟੀ ਨਾਲ ਹੋਰ ਕੈਨੇਡੀਅਨਸ ਜੁੜਨਗੇ। As we all know, the COVID-19 pandemic has changed the world. Canada has changed. Our party has to change too. The courage of Canadians has helped our country weather the storm of this last year. The courage of the nurses and doctors on our front lines. The courage of personal support workers who put their own health at risk to help our seniors. The courage of families caring for a loved one or comforting their children. The Conservative Party must show that we too have the courage to meet this extraordinary moment and change. We have lost 2 elections in 5.5 years. In that time, we've had 4 leaders. We must present new ideas, not make the same arguments, hoping that maybe this time more Canadians will come around to our position. Justin Trudeau has called small business owners tax cheats.
He's broken countless promises, from increasing the carbon tax to ending boil water advisories on reserves. But he still got re-elected. We are never going to win over Canadians just by relying on Justin Trudeau to continue to disappoint. His scandals, as outrageous as they often are, will never be enough to defeat him. The Liberal government has used the worst health and economic crisis in generations to help some well-connected friends get ahead, while hundreds of thousands of Canadians got left behind. But even that will not be enough to defeat him. ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਉਸ ਵਕਤ ਤੱਕ ਜਿੱਤ ਨਹੀਂ ਸਕਦੇ ਜਦ ਤੱਕ ਅਸੀਂ ਕੈਨੇਡੀਅਨ ਵਾਸੀਆਂ ਲਈ ਕੁਝ ਵੱਖਰਾ ਨਹੀਂ ਕਰ ਦਿੰਦੇ। ਸਾਨੂੰ ਆਪਣੀਆਂ ਪਾਲਿਸੀਆਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਅਤੇ ਉਸ ਤੋਂ ਬਾਅਦ ਹੀ ਅਸੀਂ ਲਿਬਰਲ ਪਾਰਟੀ ਨੂੰ ਹਰਾ ਸਕਦੇ ਹਾਂ ਅਤੇ ਕੈਨੇਡਾ ਵਾਸੀਆਂ ਦੇ ਵਿੱਚ ਆਪਣੀ ਵੱਖਰੀ ਜਗ੍ਹਾ ਬਣਾ ਸਕਦੇ ਹਾਂ।